ਇੱਕ ਵਾਰ ਫਿਰ ਕਰੋਨਾ ਨੇ ਦੇਸ਼ ਵਿੱਚ ਜਿਸ ਤਰ੍ਹਾਂ ਦਾ ਹਮਲਾ ਕੀਤਾ ਹੈ ਉਸ ਨਾਲ ਪਿਛਲੇ ਸਾਲ ਵਾਂਗ ਸਭ ਪਾਸੇ ਉਥਲ ਪੁਥਲ ਹੁੰਦੀ ਦਿਖਾਈ ਦੇ ਰਹੀ ਹੈ। ਡੈਂਡੀ ਜੀਵਨ ਦੀ ਗੱਡੀ ਇੱਕ ਵਾਰ ਫਿਰ ਲੀਹੋਂ ਲੈਂਦੀ ਜਾ ਰਹੀ ਹੈ। ਡੈਂਡੀ ਦੇਸ਼ ਦੇ ਬਹੁਤ ਹਿੱਸਿਆਂ 'ਚੋਂ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਨਾਲ ਨਾਲ ਮੌਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਡੈਂਡੀ ਪਹਿਲਾਂ ਇੱਕ ਵਾਰ ਤਾਂ ਲੱਗਾ ਸੀ ਕਿ ਇਹ ਸੰਕਟ ਦੂਰ ਹੁੰਦਾ ਜਾ ਰਿਹਾ ਹੈ, ਪਰ ਇਸ ਵਾਰ ਇਸ ਦੇ ਵਧੇਰੇ ਫੈਲਣ ਅਤੇ ਪ੍ਰਭਾਵੀ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਡੈਂਡੀ ਜਿੰਨੀ ਤੇਜ਼ੀ ਨਾਲ ਇਹ ਬਿਮਾਰੀ ਫੈਲ ਰਹੀ ਹੈ, ਓਨੀ ਤੇਜ਼ੀ ਨਾਲ ਇਸ ਤੋਂ ਬਚਾਅ ਦੇ ਸਾਧਨ ਨਹੀਂ ਵਧ ਰਹੇ। ਡੈਂਡੀ ਥਾਂ ਪਰ ਥਾਂ ਤੋਂ ਬੈੱਡਾਂ ਅਤੇ ਵੈਂਟੀਲੇਟਰਾਂ ਦੀ ਘਾਟ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਆਕਸੀਜਨ ਦੀ ਕਮੀ ਵੀ ਵਧੇਰੇ ਰੜਕਣ ਲੱਗੀ ਹੈ। ਡੈਂਡੀ ਕੇਂਦਰ ਅਤੇ ਪ੍ਰਾਂਤਕ ਸਰਕਾਰਾਂ ਇਸ ਦੀ ਪ੍ਰਾਪਤੀ ਲਈ ਹੱਥ ਪੈਰ ਜ਼ਰੂਰ ਮਾਰ ਰਹੀਆਂ ਹਨ, ਪਰ ਇਸ ਸੰਬੰਧੀ ਸਥਿਤੀ ਕਾਬੂ ਵਿੱਚ ਨਹੀਂ ਆ ਰਹੀ। ਡੈਂਡੀ ਇਸ ਨਾਲ ਚਿੰਤਾ ਵਿੱਚ ਹੋਰ ਵਾਧਾ ਹੋਇਆ ਹੈ। ਡੈਂਡੀ ਜਿੱਥੋਂ ਤੱਕ ਸਾਵਧਾਨੀਆਂ, ਰੋਕਾਂ ਅਤੇ ਤਾਲਾਬੰਦੀ ਦਾ ਸੰਬੰਧ ਹੈ, ਕੇਂਦਰ ਵੱਲੋਂ ਇਸ ਵਾਰ ਅਜਿਹੇ ਬਹੁਤੇ ਫੈਸਲੇ ਰਾਜਾਂ 'ਤੇ ਛੱਡ ਦਿੱਤੇ ਗਏ ਹਨ ਤਾਂ ਜੋ ਪ੍ਰਾਂਤਕ ਸਰਕਾਰਾਂ ਜ਼ਮੀਨੀ ਪੱਧਰ 'ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਫੈਸਲੇ ਲੈ ਸਕਣ। ਡੈਂਡੀ ਮਹਾਰਾਸ਼ਟਰ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਰਕੇ ਉੱਥੋਂ ਦੀ ਸਰਕਾਰ ਨੇ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਸੀ। ਡੈਂਡੀ ਰਾਜਸਥਾਨ ਨੇ ਵੀ ਰੋਕਾਂ ਨੂੰ ਹੋਰ ਵਧਾ ਦਿੱਤਾ ਸੀ। ਡੈਂਡੀ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਇਸ ਸੋਮਵਾਰ ਤੋਂ 26 ਅਪ੍ਰੈਲ ਤੱਕ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ। ਡੈਂਡੀ ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਵਾਸੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਹਿਜਰਤ ਨਾ ਕਰਨ ਦੀਆਂ ਅਪੀਲਾਂ ਕੀਤੀਆਂ ਹਨ, ਪਰ ਤਾਲਾਬੰਦੀ ਦੌਰਾਨ ਕੰਮ ਕਾਜ ਠੱਪ ਹੋ ਜਾਣ ਕਰਕੇ ਦਿਹਾੜੀਆਂ ਅਤੇ ਛੋਟੇ ਮੋਟੇ ਕੰਮ ਕਰਕੇ ਰੋਜ਼ ਦੀ ਕਮਾਈ ਕਰਨ ਵਾਲੇ ਲੋਕਾਂ ਅੰਦਰ ਡਰ ਪੈਦਾ ਹੋਣਾ ਕੁਦਰਤੀ ਹੈ, ਕਿਉਂਕਿ ਲੰਮੇ ਸਮੇਂ ਦੀ ਤਾਲਾਬੰਦੀ ਉਹਨਾਂ ਨੂੰ ਭੁੱਖਮਰੀ ਦੀ ਸਥਿਤੀ ਵਿੱਚ ਲਿਆ ਸਕਦੀ ਹੈ। ਡੈਂਡੀ ਪਿਛਲੇ ਸਾਲ ਵੀ ਦੇਸ਼ ਭਰ ਵਿੱਚ ਮਾਰਚ ਤੋਂ ਐਲਾਨੀ ਗਈ ਤਾਲਾਬੰਦੀ ਕਈ ਮਹੀਨਿਆਂ ਤੱਕ ਰਹੀ ਸੀ। ਡੈਂਡੀ ਉਸ ਸਮੇਂ ਦੇ ਦਰਦਨਾਕ ਦ੍ਰਿਸ਼ ਹਾਲੇ ਵੀ ਮਨਾਂ ਵਿੱਚ ਤਾਜ਼ਾ ਹਨ। ਡੈਂਡੀ ਪ੍ਰਵਾਸੀ ਮਜ਼ਦੂਰਾਂ ਨੇ ਦਿੱਲੀ, ਮੁੰਬਈ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਇੱਕ ਥਾਂ 'ਤੇ ਡੱਕੇ ਰਹਿਣ ਦੀ ਬਜਾਏ ਅਤੇ ਕੋਈ ਹੋਰ ਚਾਰਾ ਨਾ ਹੋਣ ਦੀ ਸਥਿਤੀ ਵਿੱਚ ਪੈਦਲ ਅਤੇ ਭੁੱਖੇ ਭਾਣੇ ਵੱਡੀ ਗਿਣਤੀ ਵਿੱਚ ਆਪਣੇ ਘਰਾਂ ਨੂੰ ਪੈਦਲ ਜਾਣਾ ਸ਼ੁਰੂ ਕਰ ਦਿੱਤਾ ਸੀ। ਡੈਂਡੀ ਦੇਸ਼ ਵਿੱਚ ਤਰਸਯੋਗ ਸਥਿਤੀ ਪੈਦਾ ਕਰ ਦਿੱਤੀ ਸੀ, ਜਿਸ ਸਾਹਮਣੇ ਇੱਕ ਵਾਰ ਤਾਂ ਪ੍ਰਬੰਧਕੀ ਮਸ਼ੀਨਰੀ ਵੀ ਬੇਆਸਰਾ ਹੋਈ ਦਿਖਾਈ ਦਿੰਦੀ ਸੀ। ਡੈਂਡੀ ਅਖੀਰ ਕੇਂਦਰ ਸਰਕਾਰ ਨੂੰ ਇਹਨਾਂ ਮਜ਼ਦੂਰਾਂ ਨੂੰ ਆਪੋ ਆਪਣੇ ਟਿਕਾਣਿਆਂ 'ਤੇ ਪਹੁੰਚਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਕਰਨ ਦਾ ਐਲਾਨ ਕਰਨਾ ਪਿਆ ਸੀ। ਡੈਂਡੀ ਹੁਣ ਵੀ ਪਿਛਲੇ ਸਾਲ ਵਰਗੇ ਹਾਲਾਤ ਬਣਦੇ ਦਿਖਾਈ ਦੇ ਰਹੇ ਹਨ। ਡੈਂਡੀ ਜੇਕਰ ਵਪਾਰ ਰੁਕ ਗਏ, ਕਾਰਖਾਨੇ ਨਹੀਂ ਚੱਲਣਗੇ ਤਾਂ ਜੀਵਨ ਦੀ ਸਮੁੱਚੀ ਗਤੀ ਧੀਮੀ ਪੈ ਜਾਵੇਗੀ। ਡੈਂਡੀ ਪੱਛਮੀ ਬੰਗਾਲ ਦੀਆਂ ਚੋਣਾਂ ਨੂੰ 8
ਪੜਾਵਾਂ ਵਿੱਚ ਕਰਾਉਣ ਦਾ ਭਾਰਤੀ ਜਨਤਾ ਪਾਰਟੀ ਦਾ ਫੈਸਲਾ ਉਸ ਦੇ ਖਿਲਾਫ ਹੀ ਜਾ ਰਿਹਾ ਜਾਪਦਾ ਹੈ। ਡੰਡੀ ਇਹ ਸੱਚ ਹੈ ਕਿ ਵੋਟਿੰਗ 8 ਗੇੜਾਂ ਵਿੱਚ ਕਰਵਾਉਣ ਦਾ ਫੈਸਲਾ ਰਸਮੀ ਤੌਰ 'ਤੇ ਭਾਰਤ ਦੇ ਚੋਣ ਕਮਿਸ਼ਨ ਦਾ ਹੈ, ਪਰ ਕਿਸੇ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਫੈਸਲਾ ਕਮਿਸ਼ਨ ਨੇ ਭਾਜਪਾ ਦੀ ਇੱਛਾ ਅਨੁਸਾਰ ਹੀ ਲਿਆ ਸੀ। ਡੰਡੀ ਇਸ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਮੁਲਾਂਕਣ ਇਹ ਸੀ ਕਿ ਲੰਬੇ ਸਮੇਂ ਤੱਕ ਚੋਣ ਪ੍ਰਚਾਰ ਜਾਰੀ ਰਹਿਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਧ ਤੋਂ ਵੱਧ ਰੈਲੀਆਂ ਵਿੱਚ ਭਾਸ਼ਣ ਦੇਣ ਦਾ ਮੌਕਾ ਮਿਲੇਗਾ ਅਤੇ ਆਪਣੇ ਭਾਸ਼ਣਾਂ ਨਾਲ ਉਹ ਲੋਕਾਂ ਨੂੰ ਪ੍ਰਭਾਵਿਤ ਕਰਕੇ ਭਾਜਪਾ ਦੀ ਜਿੱਤ ਦਾ ਰਾਹ ਪੱਧਰਾ ਕਰਨਗੇ। ਡੰਡੀ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਸ਼੍ਰੀ ਨਰਿੰਦਰ ਮੋਦੀ ਭਾਜਪਾ ਨੂੰ ਜਿਤਾਉਣ ਵਿੱਚ ਸਹਾਈ ਹੁੰਦੇ ਰਹੇ ਹਨ। ਡੰਡੀ ਭਾਸ਼ਣ ਦਿੰਦੇ ਸਮੇਂ ਉਹ ਲੋਕਾਂ ਦੀ ਨਬਜ਼ ਨੂੰ ਟੋਹਦੇ ਹਨ ਅਤੇ ਉਹਨਾਂ ਦੇ ਭਾਸ਼ਣਾਂ ਨੂੰ ਵਾਰ-ਵਾਰ ਖਬਰ ਚੈਨਲ ਦਿਖਾਉਂਦੇ ਹਨ, ਜਿਸ ਨਾਲ ਉਹਨਾਂ ਦਾ ਪ੍ਰਭਾਵ ਕਈ ਗੁਣਾ ਵੱਧ ਜਾਂਦਾ ਹੈ। ਡੰਡੀ ਉਸ ਦਾ ਅਸਰ ਇਹ ਹੁੰਦਾ ਹੈ ਕਿ ਉਹਨਾਂ ਦੇ ਵਿਰੋਧੀ ਵੀ ਉਹਨਾਂ ਦੇ ਮੁਰੀਦ ਹੋਣ ਲੱਗਦੇ ਹਨ। ਡੰਡੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਸੁਤੰਤਰ ਸੋਚ ਵਾਲੇ ਵੋਟਰ ਜਿਨ੍ਹਾਂ ਦਾ ਕਿਸੇ ਖਾਸ ਪਾਰਟੀ ਜਾਂ ਵਿਚਾਰਧਾਰਾ ਨਾਲ ਲਗਾਅ ਨਹੀਂ ਹੁੰਦਾ, ਉਹ ਵੋਟਿੰਗ ਤੋਂ ਠੀਕ ਪਹਿਲਾਂ ਮੋਦੀ ਦੇ ਭਾਸ਼ਣਾਂ ਦੇ ਪ੍ਰਭਾਵ ਨਾਲ ਭਾਜਪਾ ਨੂੰ ਵੋਟਾਂ ਪਾਉਣ ਲਈ ਤਿਆਰ ਹੋ ਜਾਂਦੇ ਹਨ। ਡੰਡੀ ਆਪਣੇ ਇਸ ਕ੍ਰਿਸ਼ਮੇ ਜੋ ਮੀਡੀਆ ਵੱਲੋਂ ਹੋਰ ਵੀ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਦਾ ਲਾਭ ਪਹੁੰਚਾਉਣ ਲਈ ਪੱਛਮੀ ਬੰਗਾਲ ਦੀਆਂ ਚੋਣਾਂ ਨੂੰ 8 ਗੇੜਾਂ ਵਿੱਚ ਕਰਵਾਉਣ ਦਾ ਐਲਾਨ ਕੀਤਾ ਗਿਆ। ਡੰਡੀ ਮਮਤਾ ਬੈਨਰਜੀ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਵੋਟਿੰਗ ਛੇਤੀ ਤੋਂ ਛੇਤੀ ਕਰਵਾਈ ਜਾਵੇ, ਪਰ ਉਹਨਾਂ ਦੀ ਗੱਲ ਦੀ ਸੁਣਵਾਈ ਨਹੀਂ ਹੋਈ। ਡੰਡੀ ਪਰ ਪੱਛਮੀ ਬੰਗਾਲ ਵਿੱਚ ਕਰੋਨਾ ਵਿਸਫੋਟ ਨੇ ਮਮਤਾ ਬੈਨਰਜੀ ਨੂੰ ਸਹੀ ਸਾਬਤ ਕੀਤਾ ਅਤੇ ਬਾਕੀ 3 ਗੇੜਾਂ ਨੂੰ ਇਕੱਠਿਆਂ ਕਰਵਾਉਣ ਦੀ ਮੰਗ ਮਮਤਾ ਨੇ ਫਿਰ ਕੀਤੀ ਹੈ ਅਤੇ ਉਹਨਾਂ ਨੂੰ ਇਹ ਮੁੱਦਾ ਵੀ ਲੱਭ ਗਿਆ ਹੈ, ਜਿਸ ਦੀ ਕਾਟ ਨਾ ਤਾਂ ਸ਼੍ਰੀ ਨਰਿੰਦਰ ਮੋਦੀ ਕੋਲ ਹੈ ਅਤੇ ਨਾ ਹੀ ਉਹਨਾਂ ਦੇ ਬੁਲਾਰੇ ਵਜੋਂ ਵਿਵਹਾਰ ਕਰ ਰਹੇ ਮੀਡੀਆ ਕੋਲ। ਡੰਡੀ ਹਰੇਕ ਬੀਤਦੇ ਦਿਨ ਦੇ ਨਾਲ ਪੱਛਮੀ ਬੰਗਾਲ ਵਿੱਚ ਦੇਸ਼ ਦੇ ਹੋਰਾਂ ਹਿੱਸਿਆਂ ਦੀ ਤਰ੍ਹਾਂ ਕਰੋਨਾ ਵੱਧ ਤੋਂ ਬਦਤਰ ਸਥਿਤੀ ਵਿੱਚ ਪੁੱਜਦਾ ਜਾ ਰਿਹਾ ਹੈ। ਡੰਡੀ ਇਸ ਨੇ ਮਮਤਾ ਬੈਨਰਜੀ ਨੂੰ ਕਈ ਮਾਇਨਿਆਂ ਵਿੱਚ ਵੱਡੇ ਹਥਿਆਰ ਮੁਹੱਈਆ ਕਰਵਾ ਦਿੱਤੇ ਹਨ। ਡੰਡੀ ਸਭ ਤੋਂ ਪਹਿਲਾਂ ਤਾਂ ਉਹ ਭਾਰਤੀ ਜਨਤਾ ਪਾਰਟੀ ਨੂੰ ਲੰਬੀ ਮਿਆਦ ਵਾਲੇ ਚੋਣ ਪ੍ਰਚਾਰ ਲਈ ਜ਼ਿੰਮੇਵਾਰ ਦੱਸ ਰਹੇ ਹਨ, ਜਿਸ ਕਾਰਨ ਕਰੋਨਾ ਫੈਲ ਰਿਹਾ ਹੈ, ਕਿਉਂਕਿ ਰੋਡ ਸ਼ੋਅ ਅਤੇ ਚੋਣ ਰੈਲੀਆਂ ਦੌਰਾਨ ਸਰੀਰਕ ਦੂਰੀ ਸੰਭਵ ਨਹੀਂ ਹੁੰਦੀ। ਡੰਡੀ ਇਸ ਤੋਂ ਇਲਾਵਾ ਕਰੋਨਾ ਦੇ ਵੱਧਦੇ ਮਾਮਲਿਆਂ ਲਈ ਵੀ ਭਾਰਤੀ ਜਨਤਾ ਪਾਰਟੀ ਸਿਰਦੋਸ਼ ਮੜਨ ਪਿੱਛੇ ਨਹੀਂ ਹੈ। ਡੰਡੀ ਉਹ ਕਹਿ ਰਹੀ ਹੈ ਅਤੇ ਸਹੀ ਹੀ ਕਹਿ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਹੋਰਾਂ ਰਾਜਾਂ ਤੋਂ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਪੱਛਮੀ ਬੰਗਾਲ ਚੋਣ ਪ੍ਰਚਾਰ ਲਈ ਲਿਆ ਰਹੀ ਹੈ। ਡੰਡੀ ਅਤੇ ਬਾਹਰ ਤੋਂ ਆਏ ਉਹ ਲੋਕ ਹੀ ਬੰਗਾਲ ਦੇ ਲੋਕਾਂ ਵਿੱਚ ਲਾਗ ਫੈਲਾ ਰਹੇ ਹਨ। ਡੰਡੀ 1981 ਦਾ
ਇਹ ਵਰ੍ਹਾ ਅੰਗਹੀਣਾਂ ਦੇ ਅੰਤਰਰਾਸ਼ਟਰੀ ਵਰ੍ਹੇ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਡੈਂਡੀ ਇਸ ਵਰ੍ਹੇ ਦੇ ਦੌਰਾਨ ਸੰਸਾਰ ਦੇ ਸਭ ਦੇਸ਼ਾਂ ਦੇ ਵਾਸੀ ਆਪਣੇ ਅੰਗਹੀਣ ਸਾਥੀਆਂ ਲਈ ਵਿਸ਼ੇਸ਼ ਪ੍ਰਕਾਰ ਦੀਆਂ ਸੁਵਿਧਾਵਾਂ ਦਾ ਪ੍ਰਬੰਧ ਕਰਨਗੇ। ਡੈਂਡੀ ਪਰੰਤੂ ਦੁੱਖ ਦੀ ਗੱਲ ਹੈ ਕਿ ਇਹ ਕਲਪਨਾ ਕੀਤੀ ਜਾਂਦੀ ਹੈ ਅਜਿਹੇ ਅੰਤਰਰਾਸ਼ਟਰੀ ਵਰ੍ਹਿਆਂ ਨੂੰ ਜਿਨ੍ਹਾਂ ਵਿਅਕਤੀਆਂ ਨੂੰ ਸਮਰਪਿਤ ਕੀਤਾ ਜਾਂਦਾ ਹੈ ਉਹ ਖੁਦ ਆਪਣੇ ਆਪ ਲਈ ਇਹਨਾਂ ਵਰ੍ਹਿਆਂ ਦੇ ਦੌਰਾਨ ਕੁਝ ਕਰ ਵਿਖਾਉਣ। ਡੈਂਡੀ ਜਿਵੇਂ ਪਿਛਲੇ ਵਰ੍ਹੇ ਅੰਤਰਰਾਸ਼ਟਰੀ ਬਾਲ ਵਰ੍ਹਾ ਮਨਾਇਆ ਗਿਆ ਅਤੇ ਉਸ ਤੋਂ ਪਿਛਲੇ ਵਰ੍ਹੇ ਅੰਤਰਰਾਸ਼ਟਰੀ ਇਸਤਰੀ ਵਰ੍ਹਾ ਮਨਾਇਆ ਗਿਆ ਸੀ। ਡੈਂਡੀ ਪਰੰਤੂ ਇਹਨਾਂ ਦੋਹਾਂ ਵਰ੍ਹਿਆਂ ਦੇ ਦੌਰਾਨ ਬਾਲਕਾਂ ਅਤੇ ਇਸਤਰੀਆਂ ਨੂੰ ਹੀ ਆਪਣੇ ਅਧਿਕਾਰਾਂ ਅਤੇ ਮੰਗਾਂ ਦੀ ਪ੍ਰਾਪਤੀ ਲਈ ਥਾਂ-ਥਾਂ ਕਾਨਫਰੰਸਾਂ ਕਰਨੀਆਂ ਪਈਆਂ, ਜਲੂਸ ਕੱਢਣੇ ਪਏ ਤਾਂ ਜੋ ਸਮਾਜ ਦੇ ਦੂਸਰੇ ਵਿਅਕਤੀ ਉਹਨਾਂ ਦੀ ਦੁੱਖਮਈ ਸਮਾਜਿਕ ਸਥਿਤੀ ਤੋਂ ਜਾਣੂ ਹੋ ਜਾਣ। ਜਦ ਕਿ ਇਹਨਾਂ ਅੰਤਰਰਾਸ਼ਟਰੀ ਵਰ੍ਹਿਆਂ ਨੂੰ ਮਨਾਉਣ ਦਾ ਇਹ ਉਦੇਸ਼ ਬਿਲਕੁਲ ਨਹੀਂ ਸੀ, ਸਗੋਂ ਉਹਨਾਂ ਲਈ ਦੂਸਰੇ ਵਿਅਕਤੀਆਂ ਵੱਲੋਂ ਕੁਝ ਕਰ ਵਿਖਾਉਣ ਦੀ ਲੋੜ ਸੀ। ਡੈਂਡੀ ਅੰਗਹੀਣਾਂ ਦੇ ਮਾਮਲੇ ਵਿੱਚ ਤਾਂ ਅਜਿਹੀ ਸਥਿਤੀ ਹੋਰ ਵੀ ਹਾਸੋਹੀਣੀ ਹੋ ਜਾਵੇਗੀ ਕਿਉਂ ਜੋ ਉਹ ਤਾਂ ਸ਼ਾਇਦ ਵਿਸ਼ਾਲ ਕਾਨਫਰੰਸਾਂ ਅਤੇ ਮੁਜ਼ਾਹਰੇ ਕਰਨ ਤੋਂ ਵੀ ਅਸਮਰੱਥ ਹੋਣ। ਡੈਂਡੀ ਇੱਕ ਵਿਸ਼ਾਲ ਦ੍ਰਿਸ਼ਟੀਕੋਣ ਤੋਂ ਅੰਗਹੀਣਾਂ ਨੂੰ ਦੋ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਡੈਂਡੀ ਜਮਾਂਦਰੂ ਅੰਗਹੀਣ ਅਤੇ ਜਨਮ ਪਿੱਛੋਂ ਹੋਏ ਅੰਗਹੀਣ ਦੋਹਾਂ ਹੀ ਸਥਿਤੀਆਂ ਵਿੱਚ ਉਹ ਸਮਾਜ ਦੀ ਉਪਜ ਜਾਂ ਦੇਣ ਹਨ। ਡੈਂਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਗਹੀਣ ਮਾਪਿਆਂ ਦੀ ਔਲਾਦ ਅੰਗਹੀਣ ਨਹੀਂ ਹੁੰਦੀ, ਪਰੰਤੂ ਪ੍ਰਸੂਤ ਸਥਿਤੀ ਵਿੱਚ ਮਾਂ ਦੇ ਤਨ ਮਨ ਉੱਤੇ ਪਏ ਬਾਹਰੀ ਸਮਾਜਿਕ ਪ੍ਰਭਾਵ ਜਿਵੇਂ ਘਟੀਆ ਤੇ ਘੱਟ ਖੁਰਾਕ, ਕੰਮ ਦਾ ਬੋਝ ਅਤੇ ਘੱਟੋ ਘੱਟ ਲੋੜੀਂਦੇ ਆਰਾਮ ਦੀ ਅਣਹੋਂਦ ਆਦਿ ਜ਼ਰੂਰ ਅੰਗਹੀਣ ਔਲਾਦ ਪੈਦਾ ਹੋਣ ਦੇ ਕਾਰਨ ਬਣ ਸਕਦੇ ਹਨ। ਡੈਂਡੀ ਇਸ ਤਰ੍ਹਾਂ ਜਮਾਂਦਰੂ ਅੰਗਹੀਣ ਅਸਿੱਧੇ ਤੌਰ 'ਤੇ ਸਮਾਜ ਦੀ ਹੀ ਦੇਣ ਹਨ। ਡੈਂਡੀ ਜਨਮ ਪਿੱਛੋਂ ਅੰਗਹੀਣ ਹੋਏ ਵਿਅਕਤੀ ਤਾਂ ਸਿੱਧਾ ਹੀ ਸਮਾਜਿਕ ਪਰਿਸਥਿਤੀਆਂ ਦਾ ਸ਼ਿਕਾਰ ਹੋਏ ਹੁੰਦੇ ਹਨ। ਡੈਂਡੀ ਨਾ ਸਿਰਫ ਸਾਡੇ ਦੇਸ਼ ਵਿੱਚ ਸਗੋਂ ਵਿਸ਼ਵ ਭਰ ਵਿੱਚ ਕਰੋਨਾ ਦੀ ਮਾਮੂਲੀ ਗਿਰਾਵਟ ਦੇ ਨਾਲ ਰੋਕਥਾਮ ਉਪਾਵਾਂ ਬਾਰੇ ਇੱਕ ਖੁਸ਼ਫਹਿਮੀ ਪੈਦਾ ਹੋ ਗਈ ਸੀ। ਡੈਂਡੀ ਜ਼ਿੰਦਗੀ ਦੇ ਕੰਮਕਾਰ ਤਾਂ ਰੁਕ ਨਹੀਂ ਸਕਦੇ, ਪਰ ਜਦੋਂ ਸਥਿਤੀ ਅਨੁਕੂਲ ਨਹੀਂ ਹੁੰਦੀ ਤਾਂ ਜੀਵਨ ਸ਼ੈਲੀ ਵਿੱਚ ਕੁਝ ਤਬਦੀਲੀਆਂ ਕਰਨ ਦੀ ਜ਼ਰੂਰਤ ਹੁੰਦੀ ਹੈ। ਡੈਂਡੀ ਜਿਵੇਂ ਹੁਣ ਕੋਵਿਡ ਦੇ ਮਾਮਲਿਆਂ ਵਿੱਚ ਦੁਬਾਰਾ ਵਾਧਾ ਹੋਇਆ ਹੈ, ਬਿਮਾਰੀ ਦੀ ਰੋਕਥਾਮ ਬਾਰੇ ਸਾਰੀ ਚਰਚਾ ਦੁਬਾਰਾ ਸ਼ੁਰੂ ਹੋ ਗਈ ਹੈ। ਡੈਂਡੀ ਨਵੀਆਂ ਕਿਸਮਾਂ ਦੇ ਜੀਵਾਣੂ ਵਾਇਰਸ ਆਉਣ ਨਾਲ ਅਸੀਂ ਵੇਖਦੇ ਹਾਂ ਕਿ ਕੁਝ ਲੋਕ ਦੂਜੀ ਵਾਰ ਵੀ ਸੰਕਰਮਿਤ ਹੋਏ ਹਨ। ਡੈਂਡੀ ਟੀਕੇ ਦੇ ਆਉਣ ਨਾਲ ਇੱਕ ਨਵੀਂ ਉਮੀਦ ਜਾਗੀ ਹੈ, ਹਾਲਾਂਕਿ ਇਸ ਦੀ ਕਾਰਜਕੁਸ਼ਲਤਾ ਅਤੇ ਇਸ ਦੀ ਬਿਮਾਰੀ ਨੂੰ ਰੋਕ ਸਕਣ ਦੀ ਸਮਰੱਥਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਡੈਂਡੀ ਮਾਹਰ ਸਾਨੂੰ ਉਮੀਦ ਦਿੰਦੇ ਹਨ ਕਿ ਭਾਵੇਂ ਟੀਕਾ ਪੂਰੀ ਸੁਰੱਖਿਆ ਨਹੀਂ ਦੇ ਸਕਦਾ, ਪਰ ਜੇ ਕੋਈ ਟੀਕਾ ਲਗਾਉਣ ਤੋਂ ਬਾਅਦ ਵੀ ਬਿਮਾਰ ਹੋ ਜਾਂਦਾ ਹੈ ਤਾਂ ਵੀ ਬਿਮਾਰੀ ਦੀ ਗੰਭੀਰਤਾ ਘੱਟ ਹੋ ਜਾਂਦੀ ਹੈ ਅਤੇ ਜਾਨ ਬਚ ਜਾਂਦੀ ਹੈ। ਡੈਂਡੀ ਇਸ ਨਾਲ ਟੀਕਾ ਲਗਵਾਉਣ ਵਿੱਚ ਮੁੱਢਲੀ ਹਿਚਕਚਾਹਟ ਤੋਂ ਬਾਅਦ ਲੋਕਾਂ ਵਿੱਚ ਕੁਝ ਵਿਸ਼ਵਾਸ ਜਾਗਿਆ ਹੈ। ਡੈਂਡੀ
ਸਰੀਰਕ ਦੂਰੀ ਬਣਾ ਕੇ ਰੱਖਣਾ, ਹੱਥ ਧੋਣ ਅਤੇ ਹੱਥਾਂ ਨੂੰ ਰੋਗਾਣੂ ਮੁਕਤ ਕਰਨਾ, ਮਾਸਕ ਦੀ ਵਰਤੋਂ ਕਰਨਾ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣਾ ਆਦਿ ਨਿਯਮਾਂ ਬਾਰੇ ਬਹੁਤ ਕੁਝ ਕਿਹਾ ਗਿਆ ਹੈ, ਪਰ ਮਰੀਜ਼ ਅਤੇ ਪਰਿਵਾਰ ਵਿਚਲੇ ਤਣਾਅ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। ਡੰਡੀ ਭਾਵੇਂ ਮੌਤ ਦੀ ਦਰ 2% ਤੋਂ ਵੀ ਘੱਟ ਹੈ, ਪਰ ਪਰਿਵਾਰ ਵਿੱਚ ਤਣਾਅ ਅਚਾਨਕ ਵੱਧ ਜਾਂਦਾ ਹੈ ਕਿਉਂਕਿ ਡਾਕਟਰ ਵੀ ਬਿਮਾਰੀ ਦੇ ਸਮੇਂ ਬਾਰੇ ਭਵਿੱਖਬਾਣੀ ਨਹੀਂ ਕਰ ਸਕਦੇ। ਡੰਡੀ ਇਸ ਲਈ ਬੇਯਕੀਨੀ ਸਮੱਸਿਆ ਨੂੰ ਹੋਰ ਵਧਾਉਂਦੀ ਹੈ। ਡੰਡੀ ਹਾਲਾਂਕਿ ਅਸੀਂ ਜਾਣਦੇ ਹਾਂ ਕਿ ਬਜ਼ੁਰਗ ਅਤੇ ਹੋਰ ਬਿਮਾਰੀਆਂ ਤੋਂ ਗ੍ਰਸਤ ਲੋਕਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਡੰਡੀ ਬਿਮਾਰੀ ਬਾਰੇ ਅਨਿਸ਼ਚਿਤਤਾ ਮਾਨਸਿਕ ਤਣਾਅ ਦਾ ਪ੍ਰਮੁੱਖ ਕਾਰਨ ਹੈ। ਡੰਡੀ ਮਰੀਜ਼ ਨਾਲ ਇਸ ਮੁੱਦੇ 'ਤੇ ਵਧੇਰੇ ਵਿਚਾਰ ਵਟਾਂਦਰਾ ਕੀਤੇ ਜਾਣ ਅਤੇ ਉਸ ਦਾ ਡਰ ਦੂਰ ਕੀਤੇ ਜਾਣ ਦੀ ਜ਼ਰੂਰਤ ਹੈ। ਡੰਡੀ ਪਰਿਵਾਰ ਨੂੰ ਸਮਝਾਇਆ ਜਾਣਾ ਚਾਹੀਦਾ ਹੈ ਕਿ ਗੰਭੀਰ ਹੋਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਡੰਡੀ ਇਸ ਲਈ ਜੇ ਪੀੜਤ ਕੇਸ ਹੋਰ ਬਿਮਾਰੀ ਨਾਲ ਗ੍ਰਸਤ ਨਹੀਂ ਹੈ ਅਤੇ ਉਹ ਬਹੁਤ ਬਜ਼ੁਰਗ ਉਮਰ ਸਮੂਹ ਵਿੱਚ ਨਹੀਂ ਹੈ ਤਾਂ ਬਿਮਾਰੀ ਤੋਂ ਉਸ ਦੇ ਬਾਹਰ ਆਉਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਡੰਡੀ ਇਹ ਗੱਲ ਪੂਰੇ ਪਰਿਵਾਰ ਅਤੇ ਮਰੀਜ਼ ਨੂੰ ਬਹੁਤ ਜ਼ਿਆਦਾ ਵਿਸ਼ਵਾਸ ਦਿੰਦੀ ਹੈ। ਡੰਡੀ ਇੱਥੋਂ ਤੱਕ ਕਿ ਵਡੇਰੀ ਉਮਰ ਸਮੂਹ ਵਾਲੇ ਅਤੇ ਕਈ ਬਿਮਾਰੀਆਂ ਤੋਂ ਗ੍ਰਸਤ ਲੋਕਾਂ ਨੂੰ ਵੀ ਵਿਸ਼ਵਾਸ ਦਿਵਾਇਆ ਜਾਣਾ ਚਾਹੀਦਾ ਹੈ ਅਤੇ ਉਮੀਦ ਜਗਾਉਣੀ ਚਾਹੀਦੀ ਹੈ ਕਿ ਜੇ ਉਹ ਸਮੇਂ ਸਿਰ ਸਹੀ ਢੰਗ ਨਾਲ ਇਲਾਜ ਕਰਵਾਉਂਦੇ ਹਨ ਤਾਂ ਉਹ ਠੀਕ ਹੋ ਜਾਣਗੇ। ਡੰਡੀ ਹਰੇਕ ਪ੍ਰਾਣੀ ਲਈ ਨਿਰਮਲ ਜਲ ਜ਼ਰੂਰੀ ਵਸਤ ਹੈ। ਡੰਡੀ ਸਰੀਰ ਵਿੱਚ ਸਭ ਤਬਦੀਲੀਆਂ ਜਾਂ ਉਪਜ ਦਾ ਕਾਰਨ ਪਾਣੀ ਹੀ ਹੁੰਦਾ ਹੈ। ਡੰਡੀ ਇਹ ਸਰੀਰ ਦਾ ਤਾਪਮਾਨ ਬਣਾਈ ਰੱਖਣ ਵਿੱਚ ਇੱਕ ਵੱਡੀ ਸਹਾਇਤਾ ਕਰਦਾ ਹੈ। ਡੰਡੀ ਪਾਣੀ ਦੁਆਰਾ ਹੀ ਖੁਰਾਕ ਦੇ ਅੰਸ਼ ਘੁਲਦੇ ਹਨ ਅਤੇ ਇਹ ਘੋਲ ਖੂਨ ਦੇ ਅੰਦਰ ਰਚ ਜਾਂਦਾ ਹੈ। ਡੰਡੀ ਭੋਜਨ ਤੋਂ ਬਿਨਾਂ ਪ੍ਰਾਣੀ ਕਈ ਦਿਨ ਕੱਟ ਸਕਦਾ ਹੈ, ਪਰ ਪਾਣੀ ਤੋਂ ਬਿਨਾਂ ਇੱਕ ਦਿਨ ਵੀ ਨਹੀਂ ਕੱਟਣਾ ਸੰਭਵ ਨਹੀਂ। ਡੰਡੀ ਪਾਣੀ ਸਰੀਰ ਵਿੱਚੋਂ ਪਸੀਨੇ ਅਤੇ ਪਿਸ਼ਾਬ ਰਾਹੀਂ ਨਿਕਲਦਾ ਰਹਿੰਦਾ ਹੈ। ਡੰਡੀ ਇਸ ਲਈ ਇਸ ਦੀ ਘਾਟ ਨੂੰ ਪੂਰਾ ਕਰਨ ਲਈ ਹਰ ਪ੍ਰਾਣੀ ਸਮੁੱਚੇ ਅਨੁਪਾਤ ਵਿੱਚ ਪਾਣੀ ਨੂੰ ਸਮੇਂ-ਸਮੇਂ ਪੀਂਦਾ ਰਹਿੰਦਾ ਹੈ। ਡੰਡੀ ਪਸ਼ੂਆਂ ਨੂੰ ਨਲਕੇ ਜਾਂ ਟਿਊਬਵੈੱਲ ਦਾ ਪਾਣੀ ਪਿਲਾਉਣਾ ਚਾਹੀਦਾ ਹੈ। ਡੰਡੀ ਛੋਟੇ ਟੋਭੇ ਵਿੱਚ ਜਾਣ ਲੱਗਿਆਂ ਪਿਸ਼ਾਬ ਜਾਂ ਗੋਹਾ ਕਰ ਦਿੰਦੇ ਹਨ। ਡੰਡੀ ਇਸ ਵਿੱਚ ਭਾਂਤ-ਭਾਂਤ ਦੇ ਕੀੜੇ ਅਤੇ ਉਹਨਾਂ ਦੇ ਅੰਡੇ ਹੁੰਦੇ ਹਨ ਜੋ ਛੱਪੜ ਦੇ ਪਾਣੀ ਵਿੱਚ ਮਿਲ ਜਾਂਦੇ ਹਨ। ਡੰਡੀ ਕਈ ਵਾਰ ਪਸ਼ੂਆਂ ਦੇ ਮੂੰਹ ਜਾਂ ਨੱਕ ਅੰਦਰ ਜੋਕਾਂ ਚੜ੍ਹ ਜਾਂਦੀਆਂ ਹਨ ਜੋ ਪਸ਼ੂ ਦਾ ਖੂਨ ਚੂਸਦੀਆਂ ਰਹਿੰਦੀਆਂ ਹਨ। ਡੰਡੀ ਛੱਪੜਾਂ ਦੇ ਗੰਦੇ ਪਾਣੀ ਨਾਲ ਮੂੰਹ ਨਾਲ ਸੰਬੰਧਿਤ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਡੰਡੀ ਪਸ਼ੂਆਂ ਨੂੰ ਪ੍ਰਤੀ ਦਿਨ ਕਿੰਨਾ ਪਾਣੀ ਪੀਣਾ ਚਾਹੀਦਾ ਹੈ, ਭਾਵੇਂ ਇਸ ਦਾ ਨਿਰਣਾ ਚਾਰਾ ਖਾਣ ਵਾਲੇ ਪਸ਼ੂ 'ਤੇ ਨਿਰਭਰ ਕਰਦਾ ਹੈ, ਪਰ ਆਮ ਸਿਧਾਂਤ ਅਨੁਸਾਰ ਜੇ ਕੋਈ ਮੱਝ ਜਾਂ ਗਾਂ 10 ਲੀਟਰ ਦੁੱਧ ਦਿੰਦੀ ਹੈ ਤਾਂ ਉਹ ਪ੍ਰਤੀ ਦਿਨ 20 ਤੋਂ 25 ਲੀਟਰ ਪਾਣੀ ਜ਼ਰੂਰ ਪੀਵੇਗੀ। ਡੰਡੀ ਹਰ ਵੇਲੇ ਬੰਨੇ ਪਸ਼ੂਆਂ ਨੂੰ ਲਗਭਗ 80-90 ਲੀਟਰ ਪ੍ਰਤੀ ਦਿਨ ਪਾਣੀ ਪਿਲਾਉਣਾ ਜ਼ਰੂਰੀ ਹੈ। ਡੰਡੀ ਮਨੁੱਖ ਵਾਂਗ ਪਸ਼ੂ ਵੀ ਸਾਹ ਲੈਂਦੇ ਹਨ। ਡੰਡੀ ਇਹ ਸ਼ੁੱਧ
ਹਵਾ ਵਿੱਚੋਂ ਆਕਸੀਜਨ ਪ੍ਰਾਪਤ ਕਰਦੇ ਹਨ ਅਤੇ ਕਾਰਬਨ ਡਾਈਆਕਸਾਈਡ ਨੂੰ ਫੇਫੜਿਆਂ ਵਿੱਚੋਂ ਨੱਕ ਅਤੇ ਮੂੰਹ ਰਾਹੀਂ ਬਾਹਰ ਕੱਢਦੇ ਹਨ। ਡੰਡੀ ਜੇਕਰ ਵਾਯੂ ਲੋੜ ਅਨੁਸਾਰ ਨਾ ਮਿਲੇ ਤਾਂ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਕਾਰਬਨ ਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ। ਫਲਸਰੂਪ ਪਸ਼ੂ ਦਾ ਦਮ ਘੁੱਟਣ ਲੱਗ ਜਾਂਦਾ ਹੈ। ਡੰਡੀ ਆਸ-ਪਾਸ ਥਾਂ ਤੰਗ ਹੋਵੇ ਅਤੇ ਜਗ੍ਹਾ 'ਤੇ ਰੋਸ਼ਨੀ ਨਾ ਆਉਂਦੀ ਹੋਵੇ ਤਾਂ ਪਸ਼ੂਆਂ ਦੇ ਨਿਵਾਸ ਸਥਾਨ ਵਿੱਚੋਂ ਸਲਾਬ ਨਹੀਂ ਨਿਕਲਦੀ। ਡੰਡੀ ਮੁਸ਼ਕ ਅਤੇ ਗੰਦਗੀ ਦੇ ਕਾਰਨ ਭਾਂਤ ਭਾਂਤ ਦੀਆਂ ਬਿਮਾਰੀਆਂ ਉਤਪੰਨ ਕਰਨ ਵਾਲੇ ਕੀਟਾਣੂ ਜਨਮ ਲੈ ਲੈਂਦੇ ਹਨ ਅਤੇ ਗੰਦੀ ਥਾਂ 'ਤੇ ਇਕੱਠੇ ਹੁੰਦੇ ਰਹਿੰਦੇ ਹਨ। ਡੰਡੀ ਇਹ ਕੀਟਾਣੂ ਬਹੁਤ ਸੂਖਮ ਹੋਣ ਕਰਕੇ ਕੇਵਲ ਸੂਖਮ ਦਰਸ਼ਕ ਯੰਤਰ ਦੁਆਰਾ ਹੀ ਦਿਸਦੇ ਹਨ। ਡੰਡੀ ਸੂਰਜ ਦੀ ਸਿੱਧੀ ਰੌਸ਼ਨੀ ਅਜਿਹੇ ਕੀਟਾਣੂਆਂ ਦਾ ਨਾਸ਼ ਕਰਦੀ ਹੈ। ਡੰਡੀ ਸਾਨੂੰ ਚਾਹੀਦਾ ਹੈ ਕਿ ਸ਼ੁੱਧ ਹਵਾ ਅਤੇ ਧੁੱਪ ਦੀ ਪ੍ਰਾਪਤੀ ਲਈ ਆਪਣੇ ਪਸ਼ੂਆਂ ਨੂੰ ਚਾਰਾਗਾਹ ਵਿੱਚ ਜ਼ਰੂਰ ਭੇਜੀਏ। ਡੰਡੀ ਪਸ਼ੂਆਂ ਦੇ ਸਰੀਰ ਤੋਂ ਸੂਰਜੀ ਰੌਸ਼ਨੀ ਨਾਲ ਕੀਟਾਣੂ ਮਰ ਜਾਂਦੇ ਹਨ। ਡੰਡੀ ਪਸ਼ੂਆਂ ਦੇ ਨਿਵਾਸ ਸਥਾਨ 'ਤੇ ਫਰਸ਼ ਪੱਕੇ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਸਮੇਂ-ਸਮੇਂ 'ਤੇ ਧੋਤਾ ਜਾਂਦਾ ਹੈ। ਡੰਡੀ ਇਹਨਾਂ ਫਰਸ਼ਾਂ 'ਤੇ ਉਚਿਤ ਮਾਤਰਾ ਵਿੱਚ ਕੀਟਾਣੂ ਨਾਸ਼ਕ ਦਵਾਈਆਂ ਛਿੜਕਣੀਆਂ ਚਾਹੀਦੀਆਂ ਹਨ। ਡੰਡੀ ਗੰਦੇ ਗੋਹੇ ਅਤੇ ਪਿਸ਼ਾਬ ਨੂੰ ਕਿਸੇ ਖੱਡੇ ਵਿੱਚ ਸੁੱਟਣਾ ਚਾਹੀਦਾ ਹੈ ਕਿਉਂਕਿ ਇਸ ਮੂਲ ਮਲ ਮੂਤਰ ਦੀ ਖਾਦ ਬਣ ਜਾਂਦੀ ਹੈ। ਡੰਡੀ ਖੁਰਲੀਆਂ ਵਿੱਚ ਬਚਿਆ ਸਾਰਾ ਚਾਰਾ ਸੁੱਟ ਦੇਣਾ ਚਾਹੀਦਾ ਹੈ। ਡੰਡੀ ਦੁੱਧ ਚੋਣ ਤੋਂ ਪਹਿਲਾਂ ਜਾਂ ਚੋਣ ਸਮੇਂ ਕਦੇ ਵੀ ਝਾੜੂ ਨਾ ਦੇਵੋ ਕਿਉਂਕਿ ਮਿੱਟੀ ਵਿੱਚ ਮਿਲੇ ਹਾਨੀਕਾਰਕ ਕੀਟਾਣੂ ਉੱਡ ਕੇ ਦੁੱਧ ਵਿੱਚ ਪੈ ਜਾਂਦੇ ਹਨ। ਡੰਡੀ ਇਨਸਾਨੀ ਜ਼ਿੰਦਗੀ ਦੇ ਚੱਲ ਰਹੇ ਪ੍ਰਵਾਹ ਪਿੱਛੇ ਔਰਤ ਦੀ ਸ਼ਕਤੀ ਦਾ ਨਿਰੰਤਰ ਸਰੋਤ ਹੀ ਅਜਿਹਾ ਸਾਧਨ ਹੈ ਜਿਹੜਾ ਸੰਸਾਰ ਵਿੱਚ ਨਵੀਨਤਾ ਅਤੇ ਗਤੀਸ਼ੀਲਤਾ ਪ੍ਰਦਾਨ ਕਰਦਾ ਆ ਰਿਹਾ ਹੈ। ਡੰਡੀ ਇਤਨੀ ਮਹਾਨ ਅਤੇ ਸਿਰਜਣਾਤਮਕ ਸ਼ਕਤੀ ਵਾਲੀ ਔਰਤ ਜਾਤ ਦੇ ਹਿਰਦੇ ਦੀਆਂ ਸੂਖਮ ਭਾਵਨਾਵਾਂ ਨੂੰ ਮਨੁੱਖ ਨੇ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਇਸ ਤਰ੍ਹਾਂ ਵਰਤਿਆ ਕਿ ਮਮਤਾ ਅਤੇ ਤਿਆਗ ਦੀ ਮੂਰਤੀ ਔਰਤ ਨੂੰ ਚਿਰ ਕਦੀਮਾ ਤੋਂ ਬੜੀਆਂ ਕਠਿਨਾਈਆਂ ਅਤਿਆਚਾਰਾਂ ਦੇ ਦੌਰਾਂ ਵਿੱਚੋਂ ਲੰਘਣਾ ਪਿਆ ਜਿਸ ਦੇ ਫਲਸਰੂਪ ਇਸ ਦੀ ਸ਼ਖਸੀਅਤ ਦੀ ਤਸਵੀਰ ਬੜੀ ਨਿਮਾਣੀ ਨਿਤਾਣੀ ਅਤੇ ਹੀਣੀ ਜਿਹੀ ਹੀ ਬਣ ਕੇ ਵਿਸ਼ਵ ਦੇ ਇਤਿਹਾਸ ਵਿੱਚ ਉੱਭਰ ਸਕੀ ਹੈ। ਡੰਡੀ ਕਿਸੇ ਨੇ ਕਿਹਾ ਹੈ ਕਿ ਜੇ ਔਰਤ ਅੱਧਾ ਅੰਮ੍ਰਿਤ ਹੈ ਤਾਂ ਇਸ ਵਿੱਚ ਬਾਕੀ ਅੱਧਾ ਜ਼ਹਿਰ ਹੈ ਜਿਸ ਦੀ ਵਿਸ਼ ਮੌਕਾ ਮਿਲਣ 'ਤੇ ਵਿਨਾਸ਼ਕਾਰੀ ਸਾਬਤ ਹੋ ਸਕਦੀ ਹੈ। ਡੰਡੀ ਅਰਤੂਸ ਵਰਗੇ ਸੋਚਵਾਨ ਵੀ ਔਰਤ ਪ੍ਰਤੀ ਇਨਸਾਫ ਪਸੰਦੀ ਤੋਂ ਕੰਮ ਨਾ ਲੈ ਸਕੇ ਅਤੇ ਇਸ ਨੂੰ ਇੱਕ ਅਧੂਰੀ ਅਤੇ ਅਪੂਰਨ ਚੀਜ਼ ਕਹਿ ਕੇ ਨਿੰਦਿਆ। ਡੰਡੀ ਹੋਰ ਕਈ ਪੱਛਮੀ ਵਿਚਾਰਵਾਨਾਂ ਨੇ ਵੀ ਜ਼ਰਾ ਹਲਕੇ ਜਿਹੇ ਅੰਦਾਜ਼ ਵਿੱਚ ਔਰਤ ਬਾਰੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਇਹ ਅਕਾਲ ਪੁਰਖ ਦੀ ਇੱਕ ਮਜ਼ੇਦਾਰ ਗਲਤੀ ਹੈ। ਡੰਡੀ ਇਸ ਤਰ੍ਹਾਂ ਦੇ ਆਪ ਹੁਦਰੇ ਅਤੇ ਖੁਦਗਰਜ਼ ਵਿਚਾਰਾਂ ਦੀ ਮਾਰ ਝੱਲਦੀ ਔਰਤ ਭਗਤੀ ਯੁੱਗ ਦੀ ਪ੍ਰਮੁੱਖ ਮਹਾਨ ਆਤਮਾ ਸੱਚੇ ਪਿਤਾ ਸਤਿਗੁਰੂ ਨਾਨਕ ਦੇਵ ਜੀ ਦੇ ਦ੍ਰਿਸ਼ਟੀਗੋਚਰ ਹੋਈ ਜਿਨ੍ਹਾਂ ਨੇ ਇਸ ਦੀ ਮੰਦਹਾਲੀ ਅਤੇ ਬੇਪ੍ਰਤੀਤੀ ਨੂੰ ਨਾ ਸਹਾਰਦਿਆਂ ਹੋਇਆਂ ਇਸ ਦੇ ਹੱਕ ਵਿੱਚ
ਆਵਾਜ਼ ਹੀ ਬੁਲੰਦ ਨਹੀਂ ਕੀਤੀ, ਸਗੋਂ ਸਮਾਜ ਵਿੱਚ ਇੱਕ ਜਿਹਾਦ ਖੜ੍ਹਾ ਕਰ ਦਿੱਤਾ। ਡੈਂਡੀ ਉਹਨਾਂ ਨੇ ਦਲੇਰਾਨਾ ਢੰਗ ਨਾਲ ਮਨੁੱਖ 'ਤੇ ਲਾਹਨਤਾਂ ਪਾਉਂਦਿਆਂ ਕਿਹਾ ਕਿ ਜਿਸ ਔਰਤ ਦੀ ਕੁੱਖ ਤੋਂ ਰਾਜੇ ਮਹਾਰਾਜੇ, ਗਰੀਬ ਅਮੀਰ, ਦਾਨਸ਼ਵਰ ਅਤੇ ਨੀਤੀਵਾਨ ਯੋਧੇ ਤੇ ਮਹਾਬਲੀ ਪੈਦਾ ਹੋਏ ਹਨ, ਕਿਤਨੀ ਘ੍ਰਿਣਾਜਨਕ ਗੱਲ ਹੈ ਕਿ ਉਹ ਆਪਣੇ ਪੈਦਾਇਸ਼ੀ ਸਰੋਤ ਨੂੰ ਹੀ ਮਾੜਾ ਤੇ ਕੋਝਾ ਸਮਝ ਕੇ ਉਸ ਨਾਲ ਦੁਰਵਿਹਾਰ ਕਰਦੇ ਹਨ। ਡੈਂਡੀ ਸੋ ਇਸ ਤਰ੍ਹਾਂ 15ਵੀਂ ਸਦੀ ਦੇ ਇਤਿਹਾਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਇਸ ਸ਼ੁਭ ਸੋਚਣੀ ਸਦਕਾ ਮਨੁੱਖ ਦੀ ਜਨਨੀ ਔਰਤ ਬਾਰੇ ਗੁਰੂ ਸਾਹਿਬ ਦੇ ਸਿੱਖਾਂ ਦੇ ਹਿਰਦਿਆਂ ਵਿੱਚ ਔਰਤ ਦਾ ਨਕਸ਼ਾ ਬਦਲਣਾ ਸ਼ੁਰੂ ਹੋਇਆ ਤੇ ਉਹ ਇੱਕ ਮਾਸੂਮ ਬੱਚੀ, ਪਿਆਰੀ ਭੈਣ, ਮਨਮੋਹਣੀ ਸੁਪਤਨੀ ਤੇ ਪੂਜਨੀਕ ਮਾਤਾ ਦਾ ਸਥਾਨ ਗ੍ਰਹਿਣ ਕਰਦਿਆਂ ਹੋਇਆਂ ਆਪਣੇ ਆਪ ਨੂੰ ਮਨੁੱਖ ਵਰਗ ਦੇ ਨਾਲ ਨਾਲ ਸਨਮਾਨਜਨਕ ਹੁੰਦਾ ਮਹਿਸੂਸ ਕਰਨ ਲੱਗ ਪਈ। ਡੈਂਡੀ ਇਸ ਭਾਵਨਾ ਨੂੰ ਹੋਰ ਸ਼ਕਤੀ ਪ੍ਰਦਾਨ ਕਰਨ ਲਈ ਬਾਕੀ ਗੁਰੂ ਸਾਹਿਬਾਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਔਰਤ ਪ੍ਰਤੀ ਪ੍ਰਗਟਾਏ ਵਿਚਾਰਾਂ ਦੀ ਪ੍ਰੋੜਤਾ ਤੇ ਵਿਆਖਿਆ ਵਿੱਚ ਸਮੇਂ-ਸਮੇਂ 'ਤੇ ਦਿਲ ਹਿਲਾਊ ਸ਼ਬਦ ਕਹਿ ਕੇ ਉਸ ਵਿੱਚ ਸਦੀਆਂ ਤੋਂ ਚੱਲੇ ਆ ਰਹੇ ਹੀਣਤਾ ਭਾਵਾਂ ਨੂੰ ਜੜੋਂ ਕੱਟਣ ਦੇ ਭਰਪੂਰ ਉਪਰਾਲੇ ਕੀਤੇ। ਡੈਂਡੀ ਗੁਰੂ ਅਮਰਦਾਸ ਜੀ ਨੇ ਔਰਤ ਨੂੰ ਬਰਾਬਰ ਦਾ ਦਰਜਾ ਦਿੰਦਿਆਂ ਇਹ ਤਾਕੀਦ ਕੀਤੀ ਕਿ ਉਹਨਾਂ ਦੇ ਦਰਬਾਰ ਵਿੱਚ ਆਈ ਹਰ ਬੀਬੀ ਬਿਨਾਂ ਸੰਕੋਚ ਅਤੇ ਬਿਨਾਂ ਬੁਰਕੇ ਪਰਦੇ ਦੇ ਆਇਆ ਕਰੇ। ਡੈਂਡੀ ਉਹ ਕਿਸੇ ਵੀ ਲਿਹਾਜ਼ ਨਾਲ ਪੁਰਸ਼ ਤੋਂ ਘੱਟ ਨਹੀਂ, ਸਗੋਂ ਵੱਧ ਸਨਮਾਨ ਵਾਲੀ ਹੈ। ਡੈਂਡੀ ਗੁਰੂ ਸਾਹਿਬ ਦੇ ਦਰਬਾਰ ਵਿੱਚ ਔਰਤ ਨੂੰ ਬੈਠਣ ਲਈ ਮਰਦ ਨਾਲੋਂ ਅੱਗੇ ਸਨਮਾਨਜਨਕ ਸਥਾਨ ਦਿੱਤਾ ਜਾਣਾ ਜ਼ਰੂਰੀ ਹੋ ਗਿਆ। ਡੈਂਡੀ ਗੁਰੂ ਹਰਗੋਬਿੰਦ ਸਾਹਿਬ ਨੇ ਔਰਤ ਨੂੰ ਮਨੁੱਖ ਦਾ ਈਮਾਨ ਕਹਿ ਕੇ ਵਡਿਆਇਆ। ਡੈਂਡੀ ਜੇ ਬੇਟਾ ਨਿਸ਼ਾਨ ਹੈ ਤਾਂ ਔਰਤ ਈਮਾਨ ਹੈ। ਡੈਂਡੀ ਇਸ ਤੋਂ ਵੱਡੀ ਸਲਾਹੁਣਾ ਹੋਰ ਕੀ ਹੋ ਸਕਦੀ ਹੈ। ਡੈਂਡੀ ਔਰਤ ਦੇ ਸਤਿਕਾਰ ਦਾ ਇਹ ਸਿਲਸਿਲਾ ਅੱਗੇ ਵੀ ਚੱਲਦਾ ਰਿਹਾ। ਡੈਂਡੀ ਸਟਾਰਟ। ਦੇਸ਼ ਦੇ ਅੰਦਰ ਮੌਜੂਦਾ ਸਥਿਤੀ ਵਿੱਚ ਜਿਸ ਰਾਜਨੀਤਿਕ ਪ੍ਰਬੰਧ ਅਧੀਨ ਸਰਕਾਰਾਂ ਚੱਲ ਰਹੀਆਂ ਹਨ, ਉਸ ਬਾਰੇ ਜਦੋਂ ਅਸੀਂ ਦੇਖਦੇ ਹਾਂ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਇੱਕ ਮਾਫੀਆ ਰਾਜਨੀਤਿਕ ਪਾਰਟੀਆਂ ਵਜੋਂ ਤਾਕਤਵਰ ਹੋ ਕੇ ਦੇਸ਼ ਦੀ ਸੱਤਾ ਉੱਤੇ ਵੱਖ-ਵੱਖ ਰੂਪਾਂ ਵਿੱਚ ਕਾਬਜ਼ ਹੋ ਰਿਹਾ ਹੈ। ਡੰਡੀ ਰਾਜਨੀਤੀ ਇੱਕ ਸੱਚਾ ਸੁੱਚਾ ਆਦਰਸ਼ ਹੈ ਜੋ ਕਿ ਸੇਵਾ ਭਾਵਨਾ ਲਈ ਕੀਤਾ ਜਾਂਦਾ ਹੈ, ਜਿਸ ਵਿੱਚ ਕਿਸੇ ਪ੍ਰਕਾਰ ਦਾ ਸਵਾਰਥ ਨਹੀਂ ਹੁੰਦਾ। ਪਰ ਸੱਤਾ ਦੀ ਭੁੱਖ ਇਹਨਾਂ ਰਾਜਨੀਤਿਕ ਲੋਕਾਂ ਦੇ ਅੰਦਰ ਇੰਨੀ ਜ਼ਿਆਦਾ ਹੈ ਕਿ ਕਿਸੇ ਵੀ ਕੀਮਤ 'ਤੇ ਕੁਰਸੀ ਛੱਡਣਾ ਨਹੀਂ ਚਾਹੁੰਦੇ। ਡੰਡੀ ਦੂਜੇ ਪਾਸੇ ਦੇਸ਼ ਦਾ ਨਾਗਰਿਕ ਇੰਨਾ ਬੇਹਾਲ ਹੋ ਚੁੱਕਾ ਹੈ ਕਿ ਉਹ ਆਪਣੀ ਜੀਵਨ ਲੀਲਾ ਨੂੰ ਹੀ ਖਤਮ ਕਰਨ ਬਾਰੇ ਸੋਚ ਰਿਹਾ ਹੈ। ਡੰਡੀ ਸੋ ਅਜਿਹੀ ਸਥਿਤੀ ਵਿੱਚ ਦੇਸ਼ ਕਿਸ ਪਾਸੇ ਵੱਲ ਵੱਧ ਰਿਹਾ ਹੈ, ਇਹ ਸੋਚਣਾ ਬਣਦਾ ਹੈ। ਡੰਡੀ ਭਰਾ ਦੇਸ਼ ਦੀ ਪਰੰਪਰਾਗਤ ਸੰਸਕ੍ਰਿਤੀ ਅਤੇ ਸੱਭਿਆਚਾਰਕ
ਵਿਲੱਖਣਤਾਵਾਂ ਸਦਕਾ ਅਸੀਂ ਵਿਸ਼ਵ ਵਿੱਚ ਆਪਣੀ ਇੱਕ ਨਿਵੇਕਲੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਏ ਹਾਂ। ਪਰ ਇੱਥੇ ਮਸਲਾ ਇਹ ਪੈਦਾ ਹੁੰਦਾ ਹੈ ਕਿ ਇਹ ਮਹਾਨ ਦੇਸ਼ ਜਿੱਥੇ ਵਿਸ਼ਵ ਵਿੱਚ ਆਪਣੀ ਹੋਂਦ ਨੂੰ ਸਥਾਪਿਤ ਕਰ ਰਿਹਾ ਹੈ, ਉੱਥੇ ਹੀ ਦੇਸ਼ ਵਿੱਚ ਜੀਵਨ ਬਸਰ ਕਰ ਰਹੇ ਉਹਨਾਂ ਨਾਗਰਿਕਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਦਾ ਪੱਧਰ ਕਿੰਨਾ ਕੁ ਉੱਚਾ ਹੈ। ਪ੍ਰਸ਼ਨ ਚਿੰਨ੍ਹ ਕਿ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਕੇ ਰੋਜ਼ਾਨਾ ਜ਼ਿੰਦਗੀ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ। ਡੰਡੀ ਸਰਕਾਰਾਂ ਦਾ ਪਹਿਲਾ ਕੰਮ ਆਪਣੇ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਦੇ ਨਾਲ ਨਾਲ ਸਾਰੀਆਂ ਮੁੱਢਲੀਆਂ ਸਹੂਲਤਾਂ ਦੇਣਾ ਹੁੰਦਾ ਹੈ। ਡੰਡੀ ਪਰ ਅੱਜ ਆਜ਼ਾਦੀ ਦੇ ਇੰਨੇ ਵਰ੍ਹੇ ਬੀਤ ਜਾਣ ਉਪਰੰਤ ਵੀ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਲੋਕਾਂ ਨੂੰ 3 ਵੇਲੇ ਦੀ ਰੋਟੀ ਨਹੀਂ ਮਿਲ ਰਹੀ, ਚੰਗੀਆਂ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਦੂਜੇ ਪਾਸੇ ਦੇਸ਼ ਨੂੰ ਡਿਜੀਟਲ ਤਕਨੀਕ ਦੇ ਸਹਾਰੇ ਨਾਲ ਵਿਸ਼ਵ ਪੱਧਰੀ ਮਾਪਦੰਡਾਂ ਉੱਪਰ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਡੰਡੀ ਕਿ ਦੇਸ਼ ਦੀ ਪ੍ਰਮੁੱਖਤਾ ਸਭ ਤੋਂ ਪਹਿਲਾਂ ਆਪਣੇ ਨਾਗਰਿਕਾਂ ਦੀ ਖੁਸ਼ੀ ਨਹੀਂ ਹੋਣੀ ਚਾਹੀਦੀ। ਪ੍ਰਸ਼ਨ ਚਿੰਨ੍ਹ ਸਾਨੂੰ ਇਸ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ। ਡੰਡੀ ਪਿਛਲੇ ਕੁਝ ਦਹਾਕਿਆਂ ਵਿੱਚ ਦੇਸ਼ ਨੇ ਵਿਕਾਸ ਕੀਤਾ ਹੈ, ਅਸੀਂ ਇਸ ਗੱਲ ਤੋਂ ਨਹੀਂ ਭੱਜ ਸਕਦੇ, ਪਰ ਕਿ ਇਸ ਵਿਕਾਸ ਦੇ ਬਦਲੇ ਦੇਸ਼ ਦੇ ਲੋਕਾਂ ਨੂੰ ਹੀ ਆਪਣੀ ਬਲੀ ਦੇਣੀ ਪਵੇਗੀ। ਪ੍ਰਸ਼ਨ ਚਿੰਨ੍ਹ ਡੰਡੀ ਲੋਕ ਆਪਣੀ ਜਿਉਂਦੀ ਜ਼ਿੰਦਗੀ ਜਿਉਣ ਅਤੇ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਵੱਡੀ ਮੁਸ਼ੱਕਤ ਕਰਦੇ ਨਜ਼ਰ ਆ ਰਹੇ ਹਨ। ਡੰਡੀ ਪਿਛਲੇ ਕਈ ਦਹਾਕਿਆਂ ਤੋਂ ਸਰਕਾਰਾਂ ਅਜਿਹੀਆਂ ਨੀਤੀਆਂ ਬਣਾਉਂਦੀਆਂ ਰਹੀਆਂ ਹਨ ਜਿਸ ਨਾਲ ਕਿ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੁੰਦਾ ਗਿਆ। ਡੰਡੀ ਆਮ ਆਦਮੀ ਆਪਣੇ ਘਰ ਨੂੰ ਚਲਾਉਣ ਵਿੱਚ ਹੀ ਸਾਰੀ ਜ਼ਿੰਦਗੀ ਕੱਢ ਦਿੰਦਾ ਹੈ ਅਤੇ ਜਦੋਂ ਤੱਕ ਉਸ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਸਰਕਾਰ ਦੀਆਂ ਨੀਤੀਆਂ ਉਸ ਦੇ ਹਿੱਤ ਵਿੱਚ ਨਹੀਂ, ਉਹ ਜ਼ਿੰਦਗੀ ਛੱਡਣ ਦੇ ਕਿਨਾਰੇ ਪਹੁੰਚਿਆ ਹੁੰਦਾ ਹੈ। ਡੰਡੀ ਬਹੁਤ ਸਾਰੇ ਚੋਣ ਵਾਅਦੇ ਜੋ ਰਾਜਨੀਤਿਕ ਪਾਰਟੀਆਂ ਲੋਕਾਂ ਨਾਲ ਕਰਦੀਆਂ ਹਨ, ਸਰਕਾਰ ਬਣ ਜਾਣ 'ਤੇ ਪੂਰੇ ਨਹੀਂ ਕਰਦੀਆਂ। ਡੰਡੀ ਲੋਕ ਲੁੱਟੇ ਮਹਿਸੂਸ ਕਰਦੇ ਹਨ। ਡੰਡੀ ਸੂਬੇ ਅੰਦਰ ਪੜ੍ਹੇ ਲਿਖੇ ਲੋਕਾਂ ਦੀ ਭੀੜ ਸੜਕਾਂ 'ਤੇ ਤੁਰਦੀ ਫਿਰਦੀ ਨਜ਼ਰ ਆ ਰਹੀ ਹੈ ਅਤੇ ਜਦੋਂ ਅਜਿਹੇ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਦਿਸ਼ਾਹੀਨ ਹੋ ਕੇ ਕਈ ਵਾਰੀ ਅਜਿਹੇ ਕੰਮਾਂ ਵਿੱਚ ਪੈ ਜਾਂਦੇ ਹਨ ਜੋ ਸਮਾਜ ਵਿੱਚ ਗੈਰ ਕਾਨੂੰਨੀ ਹੁੰਦੇ ਹਨ। ਡੰਡੀ ਸੋ ਬਹੁਤ ਸਾਰੇ ਮਸਲੇ ਹਨ, ਪਰ ਅੱਜ ਦਾ ਅਹਿਮ ਮਸਲਾ ਇਸ ਮਹਾਂਮਾਰੀ ਦੌਰਾਨ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਅਤੇ ਸਰਕਾਰ ਪ੍ਰਤੀ ਉਹਨਾਂ ਦੀ ਭਰੋਸੇਯੋਗਤਾ ਦਾ ਹੈ। ਡੰਡੀ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਦਾ ਲੱਕ ਜਿੱਥੇ ਬਿਮਾਰੀ ਮਹਿੰਗਾਈ ਨੇ ਤੋੜਿਆ ਹੈ, ਉੱਥੇ ਹੀ ਸਰਕਾਰ ਦੀਆਂ ਨੀਤੀਆਂ ਨੇ ਵੀ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ। ਡੰਡੀ ਪਿਛਲੇ ਕਈ ਦਿਨਾਂ ਤੋਂ ਵਾਪਰ ਰਹੇ ਵਰਤਾਰੇ ਜਿਨ੍ਹਾਂ ਦੀ ਜਾਣਕਾਰੀ ਅਖਬਾਰਾਂ ਅਤੇ ਸੋਸ਼ਲ ਮੀਡੀਆ ਵਿੱਚੋਂ ਮਿਲ ਰਹੀ ਹੈ ਨੇ ਆਮ ਵਿਅਕਤੀ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਹ ਸਮਾਜ ਵਿੱਚ ਸੁਰੱਖਿਅਤ ਹੈ ਜਾਂ ਨਹੀਂ। ਪ੍ਰਸ਼ਨ ਚਿੰਨ੍ਹ ਸਟਾਰਟ
ਪਿਛਲੇ ਦਿਨੀ ਅਜੀਤ ਅਖਬਾਰ ਪੜ੍ਹ ਰਿਹਾ ਸੀ। ਲਾਹੌਰ ਹਾਈ ਕੋਰਟ 'ਚ ਜਲਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਡੰਡੀ ਸਾਰੇ ਭਾਰਤ ਦੇ ਸਾਂਝੇ ਧਰਮਾਂ ਦੇ ਲੋਕ ਸ਼ਹੀਦ ਹੋਏ ਜੋ ਉਹ ਅੱਜ ਤੱਕ ਭੁੱਲ ਨਹੀਂ ਸਕੇ। ਡੰਡੀ ਸਾਰੇ ਧਰਮਾਂ ਦਾ ਸਾਂਝਾ ਫੁੱਲਾਂ ਦਾ ਗੁਲਦਸਤਾ ਟੁੱਟਿਆ। ਡੰਡੀ ਭਰਾਵਾਂ 'ਚ ਵੱਢ ਟੁੱਕ ਹੋਈ। ਡੰਡੀ ਘਰੋਂ ਬੇਘਰ ਹੋਏ। ਡੰਡੀ ਸਭ ਲਕੀਰਾਂ ਦੇ ਪੁਆੜੇ ਨੇ। ਡੰਡੀ ਕੋਈ ਵੀ ਧਾਰਮਿਕ ਆਗੂ ਜੋ ਸਾਰਿਆਂ ਮਨੁੱਖਾਂ 'ਚ ਇੱਕ ਰੱਬ ਦੀ ਜੋਤ ਨਹੀਂ ਪਛਾਣਦਾ ਆਪਣੇ ਧਰਮ ਨੂੰ ਦੂਜਿਆਂ ਤੋਂ ਉੱਚਾ ਸਮਝਦਾ ਹੈ। ਮੇਰੇ ਖਿਆਲ 'ਚ ਉਹ ਅੱਲਾ ਰਾਮ ਅਤੇ ਵਾਹਿਗੁਰੂ ਦਾ ਪਿਆਰਾ ਨਹੀਂ ਹੋ ਸਕਦਾ। ਡੰਡੀ ਗੁਰੂ ਸਾਹਿਬ ਨੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ। ਡੰਡੀ ਪਰ ਅਸੀਂ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਤੋਂ ਵਾਂਝੇ ਹੋ ਗਏ। ਡੰਡੀ ਇਕੱਠ 'ਚ ਬਰਕਤ ਹੈ। ਡੰਡੀ ਇਕੱਲੇ ਹੋ ਕੇ ਸਾਰੇ ਗੁਲਾਮ ਹੋਣਗੇ। ਡੰਡੀ ਨਾ ਕੋਈ ਕਰਜ਼ਾ ਨਾ ਚਿੰਤਾ ਦਾ ਰੋਗ। ਡੰਡੀ ਇਹ ਖੂਬਸੂਰਤ ਨਾਅਰਾ ਸਮਾਜ ਨੂੰ ਸੇਧ ਦੇਣ ਵਾਲਾ ਹੈ। ਡੰਡੀ ਵਿਆਹ ਅਤੇ ਮਰਨ ਦੀਆਂ ਰਸਮਾਂ ਨੂੰ ਸਾਦਾ ਰੱਖਣ ਲਈ ਜ਼ੋਰ ਪਾਇਆ ਹੈ। ਡੰਡੀ ਕਰਜ਼ਾ ਚੁੱਕ ਸਮਾਗਮ ਕਰਨ ਤੋਂ ਰੁਕਦਾ ਹੈ। ਡੰਡੀ ਕਿਸੇ ਵੀ ਮਹਿੰਗੀ ਰਸਮ ਨੂੰ ਛੱਡ ਦਿੱਤਾ ਜਾਵੇ। ਡੰਡੀ ਸਮਾਜ ਦਾ ਭਲਾ ਹੈ। ਡੰਡੀ ਪਰ ਸਾਡੇ ਸਾਹਮਣੇ ਹੈ ਕਿ ਇਹ ਰਸਮਾਂ ਦਿਨ ਬ ਦਿਨ ਮਹਿੰਗੀਆਂ ਹੋ ਗਈਆਂ ਹਨ। ਡੰਡੀ ਸਮਾਜ ਕੀ ਕਹੇਗਾ। ਨੱਕ ਨਹੀਂ ਰਹਿਣਾ ਅਤੇ ਦੇਖਾ ਦੇਖੀ ਵਾਧਾ ਹੋਇਆ ਹੈ। ਡੰਡੀ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਡੰਡੀ ਸਮਾਜ ਦੀਆਂ ਰਸਮਾਂ ਹੌਲੀ ਹੌਲੀ ਖਤਮ ਹੋ ਜਾਂਦੀਆਂ ਹਨ। ਡੰਡੀ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਨੂੰ ਫਜ਼ੂਲ ਖਰਚੇ ਵਾਲੇ ਸਮਾਗਮਾਂ ਨੂੰ ਰੋਕਣ ਲਈ ਅਗਵਾਈ ਕਰਨੀ ਚਾਹੀਦੀ ਹੈ। ਡੰਡੀ ਪੰਜਾਬ ਦੀ ਆਵਾਜ਼ ਨਿਰਪੱਖ ਪੱਤਰਕਾਰੀ ਕਰਨ ਵਾਲਾ ਅਤੇ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਵਾਲਾ ਹਰਮਨ ਪਿਆਰਾ ਅਜੀਤ ਜੋ ਸਮੇਂ ਸਮੇਂ 'ਤੇ ਹਰ ਗਤੀਵਿਧੀ ਨੂੰ ਉਜਾਗਰ ਕਰਦਾ ਆਇਆ ਹੈ। ਡੰਡੀ ਅਜੀਤ ਪ੍ਰਕਾਸ਼ਨ ਸਮੂਹ ਵੱਲੋਂ ਸ਼ੁਰੂ ਕੀਤੇ ਗਏ ਪਿੰਡ ਦਾ ਗੇੜਾ ਕਾਲਮ ਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਹਾਂ। ਡੰਡੀ ਮਿਤੀ 8 ਅਪ੍ਰੈਲ ਨੂੰ ਸਾਡੇ ਪਿੰਡ ਉੱਚੀ ਬਸੀ ਦੇ ਪੱਤਰਕਾਰ ਗੁਰਦੀਪ ਸਿੰਘ ਗੁਰਾਇਆ ਵੱਲੋਂ ਇੱਕ ਝਲਕ ਪੇਸ਼ ਕੀਤੀ ਗਈ ਜਿਸ ਨੂੰ ਪਿੰਡ ਦੇ ਇਲਾਕਾ ਨਿਵਾਸੀਆਂ ਨੇ ਬਹੁਤ ਪਸੰਦ ਕੀਤਾ। ਡੰਡੀ ਮੈਂ ਗ੍ਰਾਮ ਪੰਚਾਇਤ ਉੱਚੀ ਬਸੀ ਅਤੇ ਪਿੰਡ ਨਿਵਾਸੀਆਂ ਵੱਲੋਂ ਹਰ ਇੱਕ ਦੇ ਦਿਲ ਵਿੱਚ ਵੱਖਰੀ ਛਾਪ ਛੱਡਣ ਵਾਲੀ ਸ਼ਖਸੀਅਤ ਮਿੱਠ ਬੋਲੜੇ ਅਤੇ ਅਨੇਕ ਗੁਣਾਂ ਦੇ ਮਾਲਕ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਅਦਾਰਾ ਅਜੀਤ ਦਿਨ ਦੁੱਗਣੀ ਚਾਰ ਚੌਗਣੀ ਤਰੱਕੀ ਕਰਦਾ ਜਾਏ। ਡੰਡੀ ਸਰਪੰਚ ਗ੍ਰਾਮ ਪੰਚਾਇਤ ਉੱਚੀ ਬਸੀ ਬਲਾਕ ਦਸੂਹਾ 4 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ 4 ਹਫ਼ਤਿਆਂ ਅੰਦਰ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ। ਡੰਡੀ ਮੇਰਾ ਪ੍ਰਸ਼ਨ ਹੈ ਕਿ ਗੁਟਕਾ ਸਾਹਿਬ ਦਾ ਵਿਖਾਵਾ ਕੇਵਲ ਲੋਕਾਂ ਕੋਲੋਂ ਵੋਟਾਂ ਲੈਣ ਲਈ ਹੀ ਸੀ। ਪ੍ਰਸ਼ਨ ਚਿੰਨ੍ਹ ਹਫ਼ਤਿਆਂ ਤੋਂ ਮਹੀਨੇ ਅਤੇ ਮਹੀਨਿਆਂ ਤੋਂ 4 ਸਾਲ ਬੀਤ ਗਏ ਪਰ ਨਸ਼ਾ ਅਜੇ ਤੱਕ ਖਤਮ ਨਹੀਂ ਹੋਇਆ। ਡੰਡੀ ਘਰ ਘਰ ਨੌਕਰੀ ਦਾ ਵਾਅਦਾ ਵੀ ਨੌਜਵਾਨ ਪੀੜ੍ਹੀ ਦੀਆਂ ਵੋਟਾਂ ਲੈਣ ਲਈ ਹੀ ਕੀਤਾ ਗਿਆ ਸੀ। ਡੰਡੀ
ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਭਾਖੜਾ ਨਹਿਰ 'ਚ ਛਾਲ ਮਾਰ ਕੇ ਨੌਕਰੀ ਖਾਤਰ ਆਪਣੀ ਜਾਨ ਗਵਾ ਰਹੇ ਹਨ ਡੰਡੀ। ਨਾ ਹੀ ਨਸ਼ਾ ਖਤਮ ਹੋਇਆ ਅਤੇ ਨਾ ਹੀ ਘਰ ਘਰ ਨੌਕਰੀ ਦਾ ਵਾਅਦਾ ਮੁਕੰਮਲ ਹੋਇਆ ਡੰਡੀ। ਜਨਤਾ ਨੂੰ ਅਪੀਲ ਹੈ ਕਿ ਸਰਕਾਰ ਦੇ ਝੂਠੇ ਵਾਅਦਿਆਂ ਉੱਪਰ ਯਕੀਨ ਕਰਨ ਦੀ ਬਜਾਏ ਆਓ ਆਉਣ ਵਾਲੇ ਸਾਲਾਂ 'ਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਪੰਜਾਬ ਲਈ ਸੂਝਵਾਨ ਨੇਤਾ ਚੁਣੀਏ ਡੰਡੀ। ਅਜੋਕੇ ਸਮੇਂ ਵਿੱਚ ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਸਮੇਂ ਦੀ ਲੋੜ ਹੈ, ਪਰ ਜਿਸ ਕਦਰ ਅਸੀਂ ਲੋਕ ਵਰਤੋਂ ਕਰ ਰਹੇ ਭਲੀ ਭਾਂਤ ਜਾਣੂ ਹਾਂ ਡੰਡੀ। ਇਸ ਨੇ ਰੋਜ਼ਾਨਾ ਜੀਵਨ ਵਿੱਚ ਕਿਸ ਤਰ੍ਹਾਂ ਘੁਸਪੈਠ ਕੀਤੀ ਹੈ। ਇੰਟਰਨੈੱਟ ਅਤੇ ਸੋਸ਼ਲ ਸਾਈਟਾਂ ਦੀ ਵਰਤੋਂ ਨੇ ਸਾਨੂੰ ਆਪਣੀ ਅਜਿਹੀ ਜਕੜਨ ਵਿੱਚ ਲੈ ਲਿਆ ਹੈ ਕਿ ਛੋਟੇ ਬੱਚਿਆਂ ਤੋਂ ਲੈ ਨੌਜਵਾਨ ਬਜ਼ੁਰਗ ਇਸ ਦੇ ਮਾਰੂ ਪ੍ਰਭਾਵਾਂ ਤੋਂ ਨਹੀਂ ਬਚ ਸਕੇ ਡੰਡੀ। ਸੋਸ਼ਲ ਸਾਈਟਾਂ 'ਤੇ ਪਹਿਲਾਂ ਤੋਂ ਜਾਣੂ ਲੋਕਾਂ ਨਾਲ ਮੇਲ ਜੋਲ ਰੱਖਣਾ ਤਾਂ ਠੀਕ ਹੈ, ਪਰ ਅਣਜਾਣ ਲੋਕਾਂ ਨਾਲ ਦੋਸਤੀ ਕਰਨੀ ਖਤਰੇ ਤੋਂ ਖਾਲੀ ਨਹੀਂ ਡੰਡੀ। ਪਰਿਵਾਰਕ ਰਿਸ਼ਤਿਆਂ ਦਾ ਘਾਣ ਹੋਇਆ ਹੈ ਡੰਡੀ। ਇਸ ਦੀ ਵਰਤੋਂ ਸਮਾਜ ਨੂੰ ਜਾਗਰੂਕ ਕਰਨ ਲਈ ਕੀਤੀ ਜਾਵੇ, ਕਿਉਂਕਿ ਹੁਣ ਸਾਡਾ ਸਮਾਜ ਸਮਾਜਿਕ ਬੁਰਾਈਆਂ ਦੇ ਪ੍ਰਦੂਸ਼ਣ ਵਿੱਚੋਂ ਗੁਜ਼ਰ ਰਿਹਾ ਹੈ ਡੰਡੀ। ਇਸ ਦੀ ਵਰਤੋਂ ਸੰਜਮ ਅਤੇ ਪੂਰੀ ਚੌਕਸੀ ਨਾਲ ਕਰਨੀ ਚਾਹੀਦੀ ਹੈ, ਕਿਸੇ ਦਾ ਨੁਕਸਾਨ ਕਰਨ ਲਈ ਨਹੀਂ ਡੰਡੀ। ਪਰਮਾਤਮਾ ਵੱਲੋਂ ਬਖਸ਼ੀਸ਼ ਕੁਦਰਤ ਦੇ ਦੁਨਿਆਵੀ ਮਨੁੱਖਾਂ ਨੂੰ ਅਣਗਿਣਤ ਲਾਭ ਹਨ, ਪਰ ਅਸੀਂ ਕੀ ਕਰ ਰਹੇ ਹਾਂ? ਆਏ ਦਿਨ ਇਸ ਨਾਲ ਛੇੜਛਾੜ ਕਰ ਰਹੇ ਹਾਂ। ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਅਸੀਂ ਦਰੱਖਤਾਂ ਨੂੰ ਕੱਟਦੇ ਜਾ ਰਹੇ ਹਾਂ, ਬਿਨਾਂ ਆਪਣੇ ਭਵਿੱਖ ਬਾਰੇ ਸੋਚੇ ਡੰਡੀ। ਜੇ ਦੇਖੀਏ ਤਾਂ ਇਸ ਦੇ ਸਿੱਟੇ ਬਹੁਤ ਭਿਆਨਕ ਹੋਣਗੇ ਡੰਡੀ। ਮਸਲਨ ਹੜ੍ਹਾਂ ਵਿੱਚ ਵਾਧਾ ਹੋਵੇਗਾ, ਕਾਰਬਨ ਡਾਈਆਕਸਾਈਡ ਦੇ ਪੱਧਰ ਵਿੱਚ ਵਾਧਾ ਹੋਵੇਗਾ, ਹਰਬਲ ਦਵਾਈਆਂ 'ਤੇ ਪ੍ਰਭਾਵ ਪਏਗਾ ਆਦਿ ਡੰਡੀ। ਸੋ ਸਾਨੂੰ ਇਹ ਆਪਣਾ ਫਰਜ਼ ਸਮਝ ਕੇ ਰੁੱਖ ਕੱਟਣ ਦੀ ਬਜਾਏ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਡੰਡੀ।